ਪੰਜਾਬੀ ਰੇਡੀਓ ਦਿਵਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿੱਥੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਲੈ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizza.twist.com। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ 4082722500 ਉਹਨਾਂ ਦਾ ਫੋਨ ਨੰਬਰ ਹੈ ਜੀ। ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੌਲਰ, ਅਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮੌਂਟ, ਸਰਬਜੀਤ ਸਿੰਘ ਚੋਕਰ ਟਰਲਿਕ, ਗੁਰਦਾਵਰ ਸਿੰਘ, ਮਨਜੀਤ ਕੌਰ ਜੁਬਾ ਸਿਟੀ, ਸੋਢੀ ਸਿੰਘ ਸੈਕਰਾਮੈਂਟੋ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ ਬੇਕਰ ਸਪੀਡ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੀ ਅੱਜ ਦੀਆਂ ਕੁਝ ਖਾਸ ਖਬਰਾਂ 'ਤੇ ਨਜ਼ਰ ਮਾਰਾਂਗੇ। ਜਿਹੜਾ ਨਵਾਂ ਕੋਟਾ ਇਹਦਾ ਬਿੱਲ ਲੈ ਕੇ ਆਏ ਸੀਗੇ, ਉਹ ਰਾਜ ਸਭਾ ਦੇ ਵਿੱਚ ਵੀ ਪਾਸ ਹੋਇਆ। ਐਕਚੁਅਲੀ ਇਹ ਜਿਵੇਂ ਡੇ ਫਸਟ ਤੋਂ ਹੀ ਜਿਹੜਾ ਉਹ ਲੱਗ ਰਿਹਾ ਕਿ ਇਹਦੇ ਉੱਤੇ ਜਿਹੜੀ ਸਿਆਸਤ ਹੈ ਉਹ ਲਗਾਤਾਰ ਗਰਮਾਈ ਹੋਈ ਆ, ਔਰ ਜਿਹੜੀਆਂ ਬਹੁਤੀਆਂ ਲੋਕਾਂ ਦੀਆਂ, ਆਮ ਲੋਕਾਂ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਗੱਲਾਂ ਨੇ, ਉਹਨਾਂ ਨੂੰ ਤੁਸੀਂ ਇਹ ਕਹਿ ਦਿਓ ਕਿ ਸਾਈਡ ਲਾਈਨ ਇੱਕ ਟਾਈਪ ਦੇ ਨਾਲ ਜਿਹੜਾ ਉਹ ਕਰ ਦਿੱਤਾ ਗਿਆ। ਤੇ ਇਹਦੇ ਵਿੱਚ ਹੀ ਬਹੁਤੀ ਸਿਆਸਤ ਜਿਹੜੀ ਉਹ ਉਲਝ ਕੇ ਰਹਿੰਦੀ ਆ। ਪਤਾ ਸਭ ਨੂੰ ਹੈ ਕਿ ਇਹ ਸੰਵਿਧਾਨ ਦੇ ਮੁਤਾਬਕ ਨਹੀਂ ਜਿਹੜਾ ਉਹ ਚੱਲ ਸਕਣਾ। ਉਹਦੇ ਕਈ ਜਿਹੜੇ ਉਹ ਰੀਜ਼ਨ ਨੇ। ਸਭ ਤੋਂ ਵੱਡਾ ਰੀਜ਼ਨ ਜਿਹੜਾ ਉਹ ਇਹ ਹੈ ਕਿ 50% ਤੋਂ ਉੱਪਰ ਕੋਟਾ ਜਿਹੜਾ ਉਹ ਨਹੀਂ ਦਿੱਤਾ ਜਾ ਸਕਦਾ, ਭਾਵ ਕਿ ਉਹਦੇ ਤੋਂ ਜ਼ਿਆਦਾ ਨਹੀਂ ਹੋ ਸਕਦਾ। ਹੁਣ 10% ਇੱਥੋਂ ਇਹਦਾ ਕਿੱਥੋਂ ਜਿਹੜਾ ਉਹ ਦੇਣਗੇ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਉਹ ਸਵਾਲ ਹੈ। ਪਰ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜੀ, ਉਹ ਇਹਨੂੰ ਮਾਸਟਰ ਸਟ੍ਰੋਕ ਸਮਝ ਰਹੀ ਹੈ ਇਲੈਕਸ਼ਨਾਂ ਤੋਂ ਐਨ ਪਹਿਲਾਂ, ਕਿਉਂਕਿ ਕੋਈ ਵੀ ਸਿਆਸੀ ਪਾਰਟੀ ਜਿਹੜੀ ਉਹਦਾ ਵਿਰੋਧ ਨਹੀਂ ਕਰ ਸਕਦੀ। ਵਿਰੋਧ ਜੇ ਕਰਦੀ ਹੈ ਤੇ ਉਹਨੂੰ ਵੀ ਆਪਣੀਆਂ ਵੋਟਾਂ ਜਿਹੜੀਆਂ ਉਹ ਖੁੱਸਣ ਦਾ ਡਰ ਹੈ, ਤੇ ਜਿਹੜੀਆਂ ਉੱਚ ਜਾਤਾਂ ਵਾਲੀਆਂ ਵੋਟਾਂ ਕਿਸੇ ਖੁੱਸ ਨਾ ਜਾਣ, ਇਸ ਕਰਕੇ ਉਹ ਵਿਰੋਧ ਤਾਂ ਕਰੀ ਜਾਂਦੇ ਆ ਦੱਬੀ ਜੀ ਸੁਰ ਦੇ ਵਿੱਚ। ਪਰ ਲੋਕ ਸਭਾ ਦੇ ਵਿੱਚ ਵੀ ਜਿਵੇਂ ਜਿਹੜਾ ਪਾਸ ਹੋ ਗਿਆ, ਇਹ ਰਾਜ ਸਭਾ ਦੇ ਵਿੱਚ ਵੀ ਹੁਣ ਪਾਸ ਹੋ ਗਿਆ। ਔਰ ਆਮ ਸ਼੍ਰੇਣੀ ਦੇ ਆਰਥਿਕ ਤੌਰ ਦੇ ਉੱਤੇ ਕਮਜ਼ੋਰ ਲੋਕਾਂ ਨੂੰ ਸਿੱਖਿਆ ਤੇ ਰੁਜ਼ਗਾਰ ਦੇ ਵਿੱਚ 10% ਰਾਖਵਾਂ ਕਰਨ ਵਾਲਾ ਜਿਹੜਾ ਇਹ ਬਿੱਲ ਸੀਗਾ ਜੀ, 10 ਘੰਟਿਆਂ ਤੱਕ ਰਾਜ ਸਭਾ ਦੇ ਵਿੱਚ ਚੱਲੀ ਬੈਠਕ ਤੋਂ ਬਾਅਦ 124ਵਾਂ ਸੋਧ 19 ਬਿੱਲ ਨੂੰ 7 ਦੇ ਮੁਕਾਬਲੇ 165 ਵੋਟਾਂ ਦੇ ਨਾਲ ਮਨਜ਼ੂਰੀ ਲਈ ਰਾਸ਼ਟਰਪਤੀ ਦੇ ਕੋਲੇ ਜਿਹੜਾ ਉਹ ਭੇਜਿਆ ਜਾਊਗਾ। ਬਿੱਲ ਪਾਸ ਕਰਨ ਤੋਂ ਬਾਅਦ ਰਾਜ ਸਭਾ ਅਣਮਿੱਥੇ ਸਮੇਂ ਲਈ ਉਠਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਹਾਊਸ ਨੇ ਵਿਰੋਧੀ ਧਿਰਾਂ ਦੇ ਵੱਲੋਂ ਲਿਆਈਆਂ ਗਈਆਂ ਸੋਧਾਂ ਨੂੰ ਵੋਟਾਂ ਦੇ ਆਧਾਰ ਤੇ ਨਾਮਨਜ਼ੂਰ ਕਰ ਦਿੱਤਾ। ਲੋਕ ਸਭਾ ਨੇ ਇਸ ਬਿੱਲ ਨੂੰ ਮਨਜ਼ੂਰੀ ਦਿੱਤੀ ਸੀ, ਜਿੱਥੇ ਵੋਟਿੰਗ ਦੇ ਦੌਰਾਨ 3 ਮੈਂਬਰਾਂ ਨੇ ਇਹਦੇ ਵਿਰੋਧ ਦੇ ਵਿੱਚ ਵੋਟ ਨਹੀਂ ਸੀ ਪਾਈ। ਰਾਜ ਸਭਾ ਦੇ ਵਿੱਚ ਵਿਰੋਧੀ ਧਿਰ ਸਣੇ ਲਗਭਗ ਸਾਰੀਆਂ ਪਾਰਟੀਆਂ ਨੇ ਇਹ ਬਿੱਲ ਦਾ ਸਮਰਥਨ ਕੀਤਾ। ਕੁਝ ਵਿਰੋਧੀ ਪਾਰਟੀਆਂ ਨੇ ਬਿੱਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਲਿਆਂਦੇ ਜਾਣ ਦਾ ਜਿਹੜਾ ਉਹ ਇਸ਼ੂ ਸੀਗਾ ਉਹ ਖੜਾ ਕੀਤਾ। ਹਾਲਾਂਕਿ ਸਰਕਾਰ ਨੇ ਦਾਅਵਾ ਕੀਤਾ ਕਿ ਕਾਨੂੰਨ ਬਣਨ ਤੋਂ ਬਾਅਦ ਇਹ ਨਿਆਇਕ ਸਮੀਖਿਆ ਦੀ ਅਗਨੀ ਪ੍ਰੀਖਿਆ ਵਿੱਚ ਵੀ ਖਰਾ ਜਿਹੜਾ ਉਹ ਉਤਰੂਗਾ। ਕਿਵੇਂ ਖਰਾ ਉਤਰੂਗਾ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਜੀ। ਬੇਸ਼ੱਕ ਹੁਣ ਇਹ ਰਾਸ਼ਟਰਪਤੀ ਦੇ ਕੋਲੇ ਜਾਊਗਾ ਕਾਨੂੰਨੀ ਰੂਪ ਅਖਤਿਆਰ ਕਰਨ ਦੇ ਵਾਸਤੇ। ਉਦੋਂ ਬਾਅਦ ਵਾਰੀ ਆਉਣੀ ਹੈ ਜੀ ਫਿਰ ਸੁਪਰੀਮ ਦੀ, ਔਰ ਸ਼ਾਇਦ ਉਦੋਂ ਪਹਿਲਾਂ ਹੀ ਚੈਲੰਜ ਹੋ ਜਾਣ ਦੇ ਆਸਾਰ ਨੇ ਸੁਪਰੀਮ ਕੋਰਟ ਦੇ ਵਿੱਚ ਜੀ। ਤੇ ਅਗਲੀ ਗੱਲ ਕਰਦੇ ਹਾਂ ਜੀ CBI ਦੇ ਡਾਇਰੈਕਟਰ ਦੀ। ਉਹ ਆਫਿਸ ਪਰਤਿਆ ਤੇ ਜਿਹੜੀਆਂ ਬਦਲੀਆਂ ਸੀ ਉਹਨਾਂ ਤੇ ਰੋਕ ਲੱਗੀ। ਦੇਖੋ ਜੀ, ਐਕਚੁਅਲੀ ਇਹ ਝਟਕਾ ਜਿਹੜਾ ਜੀ ਤੁਸੀਂ ਕਹਿ ਸਕਦੇ ਹੋ ਕਿ ਸੀਗਾ ਬਹੁਤ ਵੱਡਾ ਕੇਂਦਰ ਦੀ ਸਰਕਾਰ ਦੇ ਵਾਸਤੇ, ਜਿਹਨੇ ਇਸ ਵਕਾਰੀ ਸੰਸਥਾ ਜਿਹੜੀ ਸੀਗੀ, ਜੇ ਪੰਜਾਬੀ 'ਚ ਪੁੱਛੋ ਤਾਂ ਉਹਦਾ ਇੱਕ ਕਿਸਮ ਦੇ ਨਾਲ ਜਲੂਸ ਜਿਹੜਾ ਜੀ ਉਹ ਕੱਢ ਕੇ ਰੱਖ ਦਿੱਤਾ। ਜਦੋਂ ਰਾਤ ਨੂੰ ਬੂਹੇ ਜਿਹੜੇ ਸੀ ਉਹ ਤੋੜ ਕੇ ਸਾਰਾ ਰਿਕਾਰਡ ਉੱਥੋਂ ਚੁੱਕਿਆ ਗਿਆ ਔਰ ਅਲੋਕ ਵਰਮਾ ਹੋਰਾਂ ਨੂੰ ਜਬਰੀ ਛੁੱਟੀ ਦੇ ਉੱਤੇ ਭੇਜ ਦਿੱਤਾ ਗਿਆ। ਸੁਪਰੀਮ ਕੋਰਟ ਨੇ ਇਹਦੇ ਵਿੱਚ ਦਖਲ ਦਿੱਤਾ ਔਰ ਸੁਪਰੀਮ ਕੋਰਟ ਨੇ ਇਹ ਜਬਰੀ ਛੁੱਟੀ ਜਿਹੜੀ ਸੀ ਉਹ ਰੱਦ ਕੀਤੀ। CBI ਦੇ ਡਾਇਰੈਕਟਰ ਅਲੋਕ ਵਰਮਾ ਨੇ ਜਿਹੜੇ ਦੀ ਮੌਜੂਦਾ ਡਾਇਰੈਕਟਰ ਜਿਹੜੇ ਲਾਏ ਸੀ ਸਰਕਾਰ ਨੇ, ਨਾਗੇਸ਼ਵਰ ਰਾਓ ਦੇ ਵੱਲੋਂ ਜਾਰੀ ਕੀਤੇ ਗਏ ਜ਼ਿਆਦਾਤਰ ਬਦਲੀਆਂ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ ਪਹਿਲੇ ਦਿਨ ਆਪਣੇ ਦਫ਼ਤਰ ਪਹੁੰਚ ਕੇ। ਅਲੋਕ ਵਰਮਾ ਦੇ ਵੱਲੋਂ CBI ਦਫ਼ਤਰ ਦੇ ਵਿੱਚ ਆਪਣਾ ਅਹੁਦਾ ਸੰਭਾਲਣ ਤੋਂ ਕੁਝ ਦੇਰ ਬਾਅਦ ਏਜੰਸੀ ਦੇ 2 ਅਧਿਕਾਰੀ CBI ਹੈੱਡਕੁਆਟਰ ਪਹੁੰਚੇ। ਇਹ ਦੋਵੇਂ ਪਹਿਲਾਂ ਰਕੇਸ਼ ਅਸਥਾਨਾ ਦੇ ਖਿਲਾਫ ਕੇਸ ਦੀ ਜਾਂਚ ਕਰ ਰਹੇ ਸੀ, ਪਰ ਬਾਅਦ ਦੇ ਵਿੱਚ ਅਲੋਕ ਵਰਮਾ ਨੂੰ ਜਬਰੀ ਛੁੱਟੀ ਤੇ ਭੇਜਣ ਤੋਂ ਬਾਅਦ ਦੋਵਾਂ ਦੀ ਬਦਲੀ ਕਰ ਦਿੱਤੀ। DSP AK ਦੱਸੀ
ਤੇ ਅਸ਼ਵਨੀ ਗੁਪਤਾ ਅਲੋਕ ਵਰਮਾ ਦੇ ਦਫ਼ਤਰ ਪਹੁੰਚਣ ਤੋਂ ਕੁਝ ਦੇਰ ਬਾਅਦ ਉੱਥੇ ਜਿਹੜਾ ਜੀ ਉਹ ਪਹੁੰਚੇ। ਸੁਪਰੀਮ ਕੋਰਟ ਦੇ ਚੀਫ ਜਸਟਿਸ ਰੰਜਨ ਗੋਗੋਈ ਨੇ ਉਹਨਾਂ ਤੋਂ ਬਾਅਦ ਦੇ ਜਿਹੜਾ ਜੀ ਸਰਵਉੱਚ ਅਦਾਲਤ ਦੇ ਵਿੱਚ ਸਭ ਤੋਂ ਸੀਨੀਅਰ ਜੱਜ ਜਸਟਿਸ AK ਸੀਕਰੀ ਨੂੰ ਉੱਚ ਤਾਕਤੀ ਚੋਣ ਕਮੇਟੀ ਦਾ ਮੈਂਬਰ ਜਿਹੜਾ ਜੀ ਉਹ ਨਾਮਜ਼ਦ ਕੀਤਾ, ਜਿਹੜੀ ਕਿ CBI ਤੇ ਡਾਇਰੈਕਟਰ ਅਲੋਕ ਵਰਮਾ ਦੀ ਕਿਸਮਤ ਦਾ ਫੈਸਲਾ ਕਰੂਗੀ। ਤੇ ਹਫ਼ਤੇ ਦੇ ਵਿੱਚ ਜਿਹੜਾ ਜੀ ਹੋਣਾ। ਅਦਾਲਤ ਦੇ ਮੁਤਾਬਕ ਜੀ ਇਹ ਕਮੇਟੀ ਜਿਹੜੀ ਉੱਚ ਤਾਕਤੀ ਹੈ ਜੀ, ਇਹਦੇ ਵਿੱਚ 3 ਜਾਣੇ ਹੁੰਦੇ ਆ। ਇੱਕ ਤਾਂ ਪ੍ਰਧਾਨ ਮੰਤਰੀ ਹੁੰਦੇ ਨੇ ਮੌਜੂਦਾ, ਔਰ ਜਿਹੜੇ ਚੀਫ ਜਸਟਿਸ ਹੁੰਦੇ ਨੇ, ਕਿਉਂਕਿ ਚੀਫ ਜਸਟਿਸ ਉਹਨਾਂ ਨੇ ਆਪਣੀ ਜਗ੍ਹਾ ਦੇ ਉੱਤੇ ਜਿਹੜੇ AK ਸੀਕਰੀ ਉਹਨਾਂ ਨੂੰ ਨਾਮਜ਼ਦ ਜਿਹੜਾ ਜੀ ਉਹ ਕੀਤਾ। ਔਰ AK ਸੀਕਰੀ ਹੋਰੀ ਉਸ ਬੈਂਚ ਦੇ ਵਿੱਚ ਸ਼ਾਮਲ ਸਨ ਜਿਹਨੇ ਅਲੋਕ ਵਰਮਾ ਹੋਰਾਂ ਦੀ ਜਬਰੀ ਛੁੱਟੀ ਜਿਹੜੀ ਆ ਉਹ ਰੱਦ ਕੀਤੀ ਆ। ਤੇ ਤੀਜੇ ਇਹਦੇ ਵਿੱਚ ਅਹਿਮ ਮੈਂਬਰ ਜਿਹੜਾ ਜੀ ਉਹ ਕਾਂਗਰਸ ਦੇ ਸੀਨੀਅਰ ਆਗੂ ਮਲਕਰਜਨ ਖੜਗੇ ਜਿਹੜੇ ਉਹ ਸ਼ਾਮਲ ਹੋਣਗੇ। ਇਹ 3 ਜਣਿਆਂ ਦਾ ਪੈਨਲ ਹੈ ਜੀ, ਉਹ ਅੱਗੋਂ ਇਹਦਾ ਫੈਸਲਾ ਜਿਹੜਾ ਜੀ ਉਹ ਕਰੂਗਾ। ਵੈਸੇ ਅਲੋਕ ਵਰਮਾ ਹੋਰੀ ਜਿਹੜੇ 77 ਦਿਨ ਤੋਂ ਬਾਅਦ ਉਹਨਾਂ ਨੇ ਆਪਣਾ ਅਹੁਦਾ ਜਿਹੜਾ ਜੀ ਉਹ ਸੰਭਾਲਿਆ। 23 ਅਕਤੂਬਰ 18 ਨੂੰ ਕੇਂਦਰ ਸਰਕਾਰ ਨੇ ਅੱਧੀ ਰਾਤ ਨੂੰ ਉਹਨਾਂ ਨੂੰ ਜਬਰੀ ਛੁੱਟੀ ਦੇ ਉੱਤੇ ਭੇਜ ਦਿੱਤਾ ਸੀ। ਉਹ 31 ਜਨਵਰੀ ਨੂੰ ਆਪਣੇ ਅਹੁਦੇ ਤੋਂ ਰਿਟਾਇਰ ਜਿਹੜਾ ਜੀ ਉਹ ਹੋ ਰਹੇ ਆ। ਜਿਹੜਾ ਕਿਉਂਕਿ ਜਿਹੜੀ ਉੱਚ ਤਾਕਤੀ ਕਮੇਟੀ ਹੈ ਉਹਦੇ ਰਾਹੀਂ ਨਹੀਂ ਸੀ ਇਹ ਪ੍ਰਕਿਰਿਆ ਜਿਹੜੀ ਉਹ ਕੀਤੀ ਗਈ, ਜਿਹਦੇ ਕਰਕੇ ਇਹ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੂੰ ਰਾਹਤ ਜਿਹੜੀ ਹੈ ਜੀ ਉਹ ਮਿਲੀ ਆ। ਡਰ ਜਿਹੜਾ ਜੀ ਉਹ ਇਹਨਾਂ ਦਾ ਜਿਹੜਾ ਜੀ ਇਹ ਆ ਵੱਡਾ ਕਿ ਕਿਸੇ ਤਰੀਕੇ ਇਹ ਨਾ ਹੋਵੇ ਕਿ ਅਲੋਕ ਵਰਮਾ ਜਿਹੜਾ ਜਿੰਨੇ ਦਿਨ ਉਹ ਰਹਿੰਦੇ ਆ ਉਦੋਂ ਪਹਿਲਾਂ ਰਫਾਲ ਵਾਲਾ ਜਿਹੜਾ ਜੀ ਉਹ ਸੌਦਾ ਖੋਲ ਲੈਣ। ਜੀ ਡਰ ਤੇ ਬਣਿਆ ਰਹੂਗਾ ਜੀ। ਤੇ ਅੱਗੇ ਆਪਾਂ ਬਰਗਾੜੀ ਕਾਂਡ ਦੀ ਜਿਹੜੀ ਗੱਲ ਕਰਨੀ ਸੀ, ਆਮ ਆਦਮੀ ਪਾਰਟੀ ਨੇ ਜੋਰਾ ਸਿੰਘ ਹੋਰਾਂ ਨੇ ਜਿਨ੍ਹਾਂ ਨੇ ਇੱਕ ਰਿਪੋਰਟ ਵੀ ਤਿਆਰ ਕੀਤੀ ਸੀਗੀ, ਉਹਨਾਂ ਨੇ ਬਾਦਲਾਂ ਤੇ ਕਿਹੜੇ ਗੰਭੀਰ ਦੋਸ਼ ਲਾਏ ਆ? ਐਕਚੁਅਲੀ ਜੀ ਜਿਹੜੇ ਸਾਬਕਾ ਜਸਟਿਸ ਜੋਰਾ ਸਿੰਘ ਹੋਰੀ ਨੇ ਜੋ ਜਿਹੜਾ ਜੀ ਹਾਲਾਤ ਇਹਨਾਂ ਦੇ ਜਿਹੜੇ ਤੁਸੀਂ ਕਹਿ ਲਓ ਕਿ ਬਣਾਏ ਗਏ ਸੀਗੇ ਜਦੋਂ ਜਿਹੜਾ ਇਹਨਾਂ ਦੇ ਕਮਿਸ਼ਨ ਨੇ ਇਹਨਾਂ ਨੇ ਜਿਹੜੀ ਜੀ ਉਹ ਜਾਂਚ ਕੀਤੀ ਸੀਗੀ ਉਸ ਟਾਈਮ ਦੇ ਉੱਤੇ, ਔਰ ਉਦੋਂ ਜਿਹੜੀ ਉਹਨਾਂ ਦੀ ਰਿਪੋਰਟ ਸੀਗੀ ਉਹਨੂੰ ਜਿਵੇਂ ਫੜਿਆ ਵੀ ਨਹੀਂ ਗਿਆ ਸੀਗਾ। ਉਹ ਬਹਿ ਬੂ ਕੇ ਜਿਹੜਾ ਜੀ ਆ ਗਏ ਜਿਹੜੇ ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ ਜਿਹਨਾਂ ਕੋਲ ਗ੍ਰਹਿ ਮੰਤਰਾਲਾ ਸੀ, ਉਹਨਾਂ ਦੇ ਦਫ਼ਤਰ ਦੇ ਬਾਹਰ, ਤੇ ਫਿਰ ਇੱਕ ਜਿਹੜਾ ਜੀ ਚਪੜਾਸੀ ਸੀਗਾ ਜੀ ਉਹਨੂੰ ਇਹ ਰਿਪੋਰਟ ਫੜਾ ਦਿੱਤੀ ਗਈ। ਹੁਣ ਇਹਦੇ ਉੱਤੇ ਕੀ ਸੀਗਾ ਉਹ ਸਾਰਿਆਂ ਨੂੰ ਜਿਹੜਾ ਜੀ ਉਹ ਪਤਾ ਸੀਗਾ। ਹਾਲਾਂਕਿ ਜਦੋਂ ਬਾਅਦ ਦੇ ਵਿੱਚ ਜਿਹੜੇ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਦਾ ਕਮਿਸ਼ਨ ਬਣਿਆ ਤੇ ਉਹਨਾਂ ਨੇ ਕਾਫੀ ਕੁਝ ਜਿਹੜਾ ਸੀਗਾ ਇਸ ਰਿਪੋਰਟ ਦੇ ਵਿੱਚੋਂ ਚੁੱਕਿਆ। ਹੁਣ ਕਿਉਂਕਿ ਜਿਹੜੇ ਸਾਬਕਾ ਜਸਟਿਸ ਜੋਰਾ ਸਿੰਘ ਹੋਰੀ ਨੇ ਉਹ ਪਹੁੰਚ ਗਏ ਆ ਜੀ ਜਿਹੜੇ ਇੱਕ ਸਿਆਸੀ ਪਾਰਟੀ ਦੇ ਵਿੱਚ। ਬੇਸ਼ੱਕ ਕੁਝ ਜਿਹੜਾ ਜੀ ਇਹ ਤੁਸੀਂ ਕਹਿ ਸਕਦੇ ਹੋ ਕਿ ਉਹਨਾਂ ਦੀ ਜਿਹੜੀ ਕਹੀ ਹੋਈ ਗੱਲ ਹੈ ਉਹਨੂੰ ਸਿਆਸਤ ਦਾ ਜਿਹੜਾ ਜੀ ਜਾਮੇ ਦੇ ਰੂਪ ਦੇ ਵਿੱਚ ਵੀ ਸਮਝਿਆ ਜਾਊਗਾ ਕਿ ਸ਼ਾਇਦ ਉਹ ਸਿਆਸੀ ਪਾਰਟੀ ਦੇ ਵਿੱਚ ਜਾਣ ਕਰਕੇ ਜਿਹੜਾ ਜੀ ਉਹ ਬੋਲ ਰਹੇ ਆ। ਥੋੜੀ ਰਿਐਲਿਟੀ ਇਹਦੇ ਵਿੱਚ ਇਹ ਵੀ ਹੈ ਕਿ ਜਦੋਂ ਸਾਬਕਾ ਜਸਟਿਸ ਜੋਰਾ ਸਿੰਘ ਹੋਰਾਂ ਨੂੰ ਨਹੀਂ ਸੀ ਜਿਹੜਾ ਜੀ ਉਹ ਪੁੱਛਿਆ ਗਿਆ, ਉਹਨਾਂ ਦੀ ਰਿਪੋਰਟ ਜਿਹੜੀ ਨਹੀਂ ਸੀ ਲਈ ਗਈ, ਉਹਨਾਂ ਨੂੰ ਬੋਲਣਾ ਉਸ ਵੇਲੇ ਜਿਹੜਾ ਜੀ ਉਹ ਚਾਹੀਦਾ ਸੀਗਾ। ਜੇ ਉਸ ਟਾਈਮ ਉਹ ਬੋਲੇ ਹੁੰਦੇ ਤੇ ਸ਼ਾਇਦ ਤੁਸੀਂ ਕਹਿ ਸਕਦੇ ਹੋ ਕਿ ਇਹਦਾ ਅਸਰ ਜਿਹੜਾ ਸੀ ਉਹ ਕੋਈ ਹੋਰ ਹੁੰਦਾ। ਉਹ ਇੰਨੀ ਦੇਰ ਬਾਅਦ ਜਿਹੜਾ ਜੀ ਉਹ ਬੋਲੇ ਆ, ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹਦੀ ਸਹੀ ਢੰਗ ਦੇ ਨਾਲ ਪੜਤਾਲ ਜਿਹੜੀ ਉਹ ਨਹੀਂ ਕਰਵਾਈ ਗਈ ਜਿਹੜੀ ਬਾਦਲ ਸਰਕਾਰ ਸੀ ਉਹਦੇ ਵੱਲੋਂ। ਔਰ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਉਦੋਂ ਦੇ ਜਿਹੜੇ ਗ੍ਰਹਿ ਮੰਤਰੀ ਸੀ, ਡਿਪਟੀ ਮੁੱਖ ਮੰਤਰੀ ਵੀ ਸੀਗੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ, ਉਹਨਾਂ ਦੀ ਜਿਹੜੀ ਇਹ ਜ਼ਿੰਮੇਵਾਰੀ ਬਣਦੀ ਸੀ ਕਿ ਉਹਨਾਂ ਦੇ ਰਾਜਕਾਲ ਦੇ ਦੌਰਾਨ ਜਿਹੜੀਆਂ ਘਟਨਾਵਾਂ ਵਾਪਰੀਆਂ ਉਹਦੀ ਉਹ ਜਾਂਚ ਜਿਹੜੀ ਸੀ ਉਹ ਕਰਵਾਉਂਦੇ। ਉਹਨਾਂ ਨੇ ਕਿਹਾ ਕਿ ਇਹਨਾਂ ਘਟਨਾਵਾਂ ਦੇ ਵਾਸਤੇ ਸਿੱਧੇ ਤੌਰ ਦੇ ਉੱਤੇ ਉਹਨਾਂ ਨੇ ਕਿਸੇ ਵੱਲ ਉਂਗਲ ਜਿਹੜੀ ਬੇਸ਼ੱਕ ਨਹੀਂ ਸੀ ਉਠਾਈ, ਪਰ ਉਹਨਾਂ ਨੇ ਇਹ ਕਿਹਾ ਕਿਉਂਕਿ ਉਹ ਸਰਕਾਰ ਉਹਨਾਂ ਦੀ ਸੀ, ਜ਼ਿੰਮੇਵਾਰੀ ਸਾਰੀ ਜਿਹੜੀ ਉਹ ਉਹਨਾਂ ਦੀ ਹੀ ਜਿਹੜੀ ਬਣਦੀ ਸੀਗੀ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜਿਹੜੇ ਸ਼ੱਕੀ ਪਾਏ ਗਏ ਬੰਦੇ ਸੀਗੇ ਉਹਨਾਂ ਤੋਂ ਕੋਈ ਪੁੱਛਗਿੱਛ ਪੁਲਿਸ ਨੇ ਨਹੀਂ ਕੀਤੀ। ਇਹ ਉਹਨਾਂ ਨੇ ਜਿਹੜਾ ਜੀ ਇੱਕ ਖੁਲਾਸਾ ਹੋਰ ਕੀਤਾ ਕਿ ਅੱਜ ਵੀ ਉਹਨਾਂ ਤੋਂ ਪੁੱਛਗਿੱਛ ਨਹੀਂ ਕੀਤੀ ਗਈ, ਜਿਨ੍ਹਾਂ ਦੇ ਨਾਮ ਜਿਹੜੇ ਸੀਗੇ ਉਹਨਾਂ ਨੇ ਸਾਹਮਣੇ ਜਿਹੜੇ ਲਿਆਂਦੇ ਸੀਗੇ। ਉਹਨਾਂ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਦੀ ਵੱਡੀ ਅਣਗਹਿਲੀ ਸਾਹਮਣੇ ਆਈ। ਇੱਕ SP ਅਮਰਜੀਤ ਸਿੰਘ ਹੋਰਾਂ ਦਾ ਨਾਮ ਲਿਆ, DSP ਗੁਰਜੀਤ ਸਿੰਘ ਰਮਾਣਾ, ਇਹਨਾਂ ਦੇ ਵਿੱਚ ਜਿਹੜੇ ਜੀ ਉਹ ਸ਼ਾਮਲ ਜਿਹੜੇ ਉਹਨਾਂ ਨੇ ਨਾਮ ਲੈ ਕੇ ਜਿਹੜਾ ਜੀ ਉਹ ਦੱਸੇ।
ਉਹਨਾਂ ਨੇ ਇਹ ਵੀ ਕਿਹਾ ਕਿ ਕੁਝ ਪੁਲਿਸ ਅਫਸਰ ਜਿਹੜੇ ਉਹ ਕਮਿਸ਼ਨ ਦੇ ਮੂਹਰੇ ਪੇਸ਼ ਹੋਣ ਲਈ ਤਿਆਰ ਨਹੀਂ ਸੀਗੇ। ਉਹ ਕਹਿੰਦੇ ਕਿ ਉਹਨਾਂ ਨੂੰ ਸਿਆਸੀ ਸ਼ਹਿ ਹਾਸਲ ਸੀ ਔਰ ਇੱਕ ਪਾਸੇ ਤਾਂ ਇਹ ਕਮਿਸ਼ਨ ਬਣਾ ਦਿੱਤਾ ਗਿਆ, ਦੂਜੇ ਪਾਸੇ ਉਹਨਾਂ ਨੂੰ ਰੋਕ ਦਿੱਤਾ ਗਿਆ ਕਿ ਉਹ ਕਮਿਸ਼ਨ ਦੇ ਸਾਹਮਣੇ ਪੇਸ਼ ਨਾ ਹੋਣ। ਔਰ ਉਹਨਾਂ ਨੇ ਇਹ ਜਿਹੜੇ ਨਾਮ ਜਿਹੜੇ ਜੀ ਇਹਦੇ ਵਿੱਚ ਲਏ ਨੇ ਜਿਹੜੇ ਲੋਕਾਂ ਦੇ, ਉਹਦੇ ਵਿੱਚ ਜਿਹੜਾ ਸੀਗਾ ਜੀ ਰਾਜਵਿੰਦਰ ਸਿੰਘ, ਸੂਬੇਦਾਰ ਗੁਰਜੰਟ ਸਿੰਘ, ਹਰਦੇਵ ਸਿੰਘ, ਗੋਰਾ ਸਿੰਘ, ਰਣਜੀਤ ਸਿੰਘ, ਟੇਲਰ ਮਾਸਟਰ, ਇਹਦੇ ਨਾਮ ਜਿਹੜੇ ਦੱਸੇ ਗਏ ਆ। ਉਹਨਾਂ ਨੇ ਕਿਹਾ ਕਿ ਇਹਨਾਂ ਤੋਂ ਕੋਈ ਪੁੱਛਗਿੱਛ ਜਿਹੜੀ ਹੈ ਜੀ ਉਹ ਨਹੀਂ ਕੀਤੀ ਗਈ, ਜਿੱਥੋਂ ਕਿ ਇਹ ਭੇਦ ਜਿਹੜੇ ਖੁੱਲ ਸਕਦੇ ਸੀਗੇ, ਪਰ ਅਜਿਹਾ ਨਹੀਂ ਜਿਹੜਾ ਜੀ ਉਹ ਕੀਤਾ ਗਿਆ। ਬੇਸ਼ੱਕ ਇਹਦੇ ਉੱਤੇ ਪ੍ਰਤੀਕਰਮ ਜਿਹੜੇ ਜੀ ਬਹੁਤ ਜ਼ਿਆਦਾ ਤਾਂ ਨਹੀਂ ਆਏ, ਪਰ ਜਿੰਨੇ ਆਏ ਆ, ਜਿਵੇਂ ਮੈਂ ਉਹਦੇ ਵਿੱਚ ਪੁਆਇੰਟ ਪਾਇਆ ਕਿ ਉਹ ਇਹ ਕਿ ਹੁਣ ਤਾਂ ਜੀ ਉਹ ਸਿਆਸੀ ਪਾਰਟੀ ਦੇ ਵਿੱਚ ਚਲੇ ਗਏ ਆ, ਇਸ ਕਰਕੇ ਇਸ ਤਰ੍ਹਾਂ ਦੀ ਜਿਹੜਾ ਜੀ ਉਹ ਉਠਾ ਰਹੇ ਆ। ਇਹਦੇ ਉੱਤੇ ਸੁਖਬੀਰ ਬਾਦਲ ਹੋਰਾਂ ਨੇ ਵੀ ਇਹੀ ਪ੍ਰਤੀਕਰਮ ਜਿਹੜਾ ਜੀ ਉਹ ਦਿੱਤਾ। ਪਰ ਜਿਹੜਾ ਵੱਡਾ ਸਵਾਲ ਇਹ ਹੈ ਕਿ ਆਫਟਰ ਆਲ ਉਹ ਜਸਟਿਸ ਰਿਟਾਇਰਡ ਨੇ ਤੇ ਪਿਛਲੀ ਸਰਕਾਰ ਨੇ ਉਹਨਾਂ ਨੂੰ ਕਮਿਸ਼ਨ ਦੀ ਜ਼ਿੰਮੇਵਾਰੀ ਸੌਂਪੀ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਦੇ ਵਾਸਤੇ। ਉਹਨਾਂ ਨੇ ਕਿਹਾ ਕਿ ਉਹਨਾਂ ਕੋਲ ਬਹੁਤ ਸਾਰੇ ਦਸਤਾਵੇਜ਼ ਅਜਿਹੇ ਹੈਗੇ ਆ ਔਰ ਉਹਨਾਂ ਨੇ ਸਰਕਾਰ ਨੂੰ, ਮੌਜੂਦਾ ਪੰਜਾਬ ਸਰਕਾਰ ਨੂੰ ਔਰ ਮੁੱਖ ਮੰਤਰੀ ਨੂੰ ਇਹ ਕਿਹਾ ਕਿ ਉਹਨਾਂ ਵਾਲੀ ਜਿਹੜੀ ਰਿਪੋਰਟ ਹੈ ਉਹ ਵੀ ਜਨਤਕ ਕੀਤੀ ਜਾਵੇ। ਜੀ ਹਾਂ, ਤੁਹਾਡੀ ਗੱਲ ਸਹੀ ਆ ਕਿ ਉਦੋਂ ਇਹ ਬੋਲੇ ਹੀ ਨਹੀਂ ਗਏ, ਕੁਛ ਵੀ ਨਹੀਂ ਹੋਇਆ। ਤੇ ਅੱਗੇ ਆਪਾਂ ਪੰਜਾਬ ਸਰਕਾਰ ਦੀ ਜੇ ਗੱਲ ਕਰੀਏ, ਨਵਜੋਤ ਸਿੱਧੂ ਨੂੰ G+ ਸਿਕਿਉਰਿਟੀ ਦਿੱਤੀ ਗਈ। ਬਿਲਕੁਲ ਜੀ, ਨਵਜੋਤ ਸਿੰਘ ਸਿੱਧੂ ਹੋਰਾਂ ਦੀ ਜਿਹੜੀ ਸੁਰੱਖਿਆ ਹੈ ਉਹ Y ਤੋਂ Z ਜਿਹੜੀ ਉਹ ਕਰ ਦਿੱਤੀ ਗਈ ਹੈ। ਪੰਜਾਬ ਦੇ ਗ੍ਰਹਿ ਵਿਭਾਗ ਮੁੱਖ ਮੰਤਰੀ ਹੋਰਾਂ ਦੇ ਕੋਲੇ ਆ ਜੀ, ਔਰ ਇਹਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਕਾਫਲੇ ਦੇ ਵਿੱਚੋਂ ਇੱਕ ਬੁਲਟ ਪ੍ਰੂਫ ਜਿਹੜੀ ਲੈਂਡ ਕਰੂਜ਼ਰ ਗੱਡੀ ਆ ਉਹ ਦਿੱਤੀ ਗਈ ਆ। 30 ਕਰੋੜ ਰੁਪਏ ਦੀ ਕੀਮਤ ਵਾਲੀ ਇਹ ਗੱਡੀ ਜਿਹੜੀ ਆ ਜੀ, ਇਹਨੂੰ ਬੁਲਟ ਪ੍ਰੂਫ ਬਣਾਉਣ ਦੇ ਵਾਸਤੇ 35 ਲੱਖ ਰੁਪਏ ਖਰਚ ਹੋਏ ਆ। ਪੰਜਾਬ ਦੇ ਗ੍ਰਹਿ ਸਕੱਤਰ ਨੇ ਕੇਂਦਰੀ ਗ੍ਰਹਿ ਸਕੱਤਰ ਨੂੰ 3 ਜਨਵਰੀ ਨੂੰ ਜਿਹੜੀ ਉਹ ਚਿੱਠੀ ਲਿਖੀ ਸੀ ਕਿ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਨੂੰ CISF ਦਾ ਸੁਰੱਖਿਆ ਘੇਰਾ ਵਧਾ ਕੇ Z+ ਜਿਹੜਾ ਜੀ ਉਹ ਕੀਤਾ ਜਾਣਾ ਚਾਹੀਦਾ। ਇਹ ਕਿਹਾ ਗਿਆ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਇਸ ਵੇਲੇ ਜਿਹੜਾ ਜੀ ਉਹ ਖਤਰਾ ਹੈ। ਉਹਨਾਂ ਨੇ ਕੁਝ ਟਿੱਪਣੀਆਂ ਸਰਸੇ ਵਾਲੇ ਦੇ ਖਿਲਾਫ ਵੀ ਕੀਤੀਆਂ ਸੀਗੀਆਂ। ਜਦੋਂ ਤੋਂ ਪਾਕਿਸਤਾਨ ਤੋਂ ਆਏ ਆ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਨੇ, ਡੇਰਾ ਪ੍ਰੇਮੀਆਂ ਤੋਂ ਉਹਨਾਂ ਨੂੰ ਖਤਰਾ। ਉੱਤਰ ਪ੍ਰਦੇਸ਼ ਦੀ ਇੱਕ ਜਥੇਬੰਦੀ ਹੈ ਹਿੰਦੂ ਯੁਵਾ ਵਾਹਿਨੀ, ਉਹਨੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਸਿਰ ਦੇ ਉੱਤੇ 1 ਕਰੋੜ ਰੁਪਏ ਦਾ ਇਨਾਮ ਜਿਹੜਾ ਜੀ ਉਹ ਰੱਖਿਆ ਹੋਇਆ। ਇਹ ਵੀ ਚਿੱਠੀ ਦੇ ਵਿੱਚ ਲਿਖਿਆ ਕਿ ਮਾਝੇ ਦੇ ਖੇਤਰ ਦੇ ਵਿੱਚ ਡਰੱਗ ਮਾਫੀਏ ਦੇ ਨਾਲ ਜੁੜੇ ਲੋਕ ਸਿੱਧੂ ਨੂੰ ਧਮਕੀਆਂ ਜਿਹੜੀਆਂ ਜੀ ਉਹ ਦੇ ਰਹੇ ਨੇ, ਔਰ ਜਿਹਦੇ ਕਰਕੇ ਇਹ ਚਿੱਠੀ ਜਿਹੜੀ ਜੀ ਉਹ ਲਿਖੀ ਗਈ ਸੀ। ਪਰ ਅਸਲ ਦੇ ਵਿੱਚ ਜਿਹੜਾ ਇਹਦੇ ਪਿੱਛੇ ਜਿਹੜੀ ਕਹਾਣੀ ਹੈ ਜੀ ਉਹ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਪਿਛਲੇ ਦਿਨੀ ਰਾਹੁਲ ਗਾਂਧੀ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਸੀ। ਰਾਹੁਲ ਗਾਂਧੀ ਹੋਰਾਂ ਦੇ ਮੁਲਾਕਾਤ ਕਰਨ ਤੋਂ ਬਾਅਦ ਗ੍ਰਹਿ ਸਕੱਤਰ ਜਿਹੜੇ ਆ ਜੀ ਉਹਨਾਂ ਨੇ ਇਹ ਸਾਰੀਆਂ ਚਿੱਠੀਆਂ ਲਿਖੀਆਂ ਨੇ ਤੇ ਮੁੱਖ ਮੰਤਰੀ ਦੇ ਕਾਫਲੇ ਦੇ ਵਿੱਚੋਂ ਇੱਕ ਗੱਡੀ ਕੱਢ ਕੇ ਜਿਹੜੀ ਜੀ ਉਹ 35 ਲੱਖ ਵਾਲੀ ਉਹ ਜਿਹੜੀ ਦੇਣੀ, ਮਾਫ ਕਰਨਾ 1 ਕਰੋੜ 30 ਲੱਖ ਰੁਪਏ ਦੀ ਜਿਹੜੀ ਗੱਡੀ ਹੈ ਜੀ ਉਹ ਦੇਣੀ, ਔਰ 35 ਲੱਖ ਰੁਪਏ ਇਹਦੇ ਉੱਤੇ ਵੱਖਰਾ ਜਿਹੜਾ ਜੀ ਉਹ ਲੱਗਿਆ ਹੋਇਆ। 1 ਕਰੋੜ 65 ਲੱਖ ਦੀ ਹੋ ਗਈ। ਉਹ ਕਾਫਲੇ ਦੇ ਵਿੱਚੋਂ ਇੱਕ ਗੱਡੀ ਜਿਹੜੀ ਉਹ ਕੱਢ ਕੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਦੇਣੀ, ਇਹ ਥੋੜਾ ਜਿਹੜਾ ਜੀ ਚਰਚਾ ਦਾ ਵਿਸ਼ਾ ਜਿਹੜਾ ਉਹ ਬਣਿਆ ਹੋਇਆ। ਸਿਕਿਉਰਿਟੀ ਵਾਲੀ ਗੱਲ ਤਾਂ ਜਿਹੜੀ ਹੈ ਜੀ ਉਹ ਠੀਕ ਹੈ। ਔਰ ਤੁਹਾਨੂੰ ਇਹ ਵੀ ਯਾਦ ਹੋਣਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਮਿਲਣ ਤੋਂ ਬਾਅਦ ਜਿਹੜੇ ਰਾਹੁਲ ਗਾਂਧੀ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਸੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ, ਉਹਨਾਂ ਨੂੰ ਇਹ ਕਹਿ ਕੇ ਸਾਰਾ ਕੁਝ ਜਿਹੜਾ ਜੀ ਉਹ ਕਰਵਾਇਆ ਗਿਆ ਦੱਸਿਆ ਜਾ ਰਿਹਾ। ਜਿਹੜੇ ਕਿਆਫੇ ਲਾਉਣ ਵਾਲੇ ਆ ਜੀ ਉਹ ਇਸ ਪੱਖੋਂ ਵੀ ਲਾ ਰਹੇ ਆ ਤੇ ਹੌਲੀ ਹੌਲੀ ਸਹੀ ਕਾਂਗਰਸ ਜਿਹੜੀ ਆ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਕੱਦ ਜਿਹੜਾ ਜੀ ਉਹ ਵਧਾ ਰਹੀ ਆ, ਨਾ ਸਿਰਫ ਜਿਹੜੀ ਨੈਸ਼ਨਲ ਪਾਰਟੀ ਆ ਉਹਦੇ ਵਿੱਚ ਬਲਕਿ ਪੰਜਾਬ ਕਾਂਗਰਸ ਦੇ ਵਿੱਚ ਵੀ। ਬਿਲਕੁਲ ਜੀ, ਹੋ ਤਾਂ ਇਸੇ ਤਰ੍ਹਾਂ ਰਿਹਾ। ਅਤੇ ਅੱਗੇ ਮਾਨਸਾ ਪੁਲਿਸ ਦੀ ਜੇ ਗੱਲ ਕਰੀਏ, ਉਹਨਾਂ ਨੇ ਧਨ ਫੜਿਆ ਤੇ ਪਰ ਉਸ ਧਨ ਦੇ ਜਿਹੜੇ ਦਾਅ ਆ ਉਹ ਡੇਰੇ ਦੇ ਨਾਲ ਜੁੜ ਰਹੇ ਆ। ਐਕਚੁਅਲੀ ਜਦੋਂ ਇਹ ਪੈਸਾ ਜਿਹੜਾ ਜੀ ਉਹ ਫੜਿਆ ਗਿਆ ਤੇ ਇਹਦੇ ਵਿੱਚ ਦੋਰਾ ਜਿਹੜਾ ਸੀਗਾ ਹਸਬੈਂਡ ਵਾਈਫ ਜਿਨ੍ਹਾਂ ਤੋਂ ਇਹ ਪੈਸੇ ਫੜੇ ਗਏ ਆ, ਤੇ 2 ਕਰੋੜ 99 ਲੱਖ ਰੁਪਈਆ ਜਿਹੜਾ ਜੀ ਉਹ ਦੱਸਿਆ ਗਿਆ। ਇਹਦੇ ਬੜੇ ਸਵਾਲ ਜਿਹੜੇ ਆ ਜੀ ਉਹ ਖੜੇ ਕੀਤੇ ਹੋਏ ਆ। ਉਹ ਕੋਈ ਸਪਸ਼ਟ ਜਵਾਬ ਜਿਹੜਾ ਜੀ ਇਹ ਦੋਰਾ ਨਹੀਂ ਦੇ ਸਕਿਆ। ਮਸ਼ੀਨਾਂ ਲਿਆ ਕੇ ਜਿਹੜੇ ਉੱਥੋਂ ਦੇ ਡਿਸਟ੍ਰਿਕਟ ਮੈਜਿਸਟ੍ਰੇਟ ਨੇ ਉਹਨਾਂ ਦੀ ਜਿਹੜਾ ਸੀਗਾ ਜੀ ਅਗਵਾਈ ਦੇ ਵਿੱਚ ਇਹ ਪੈਸੇ ਗਿਣੇ ਗਏ। ਇਹ ਜਿਹੜੇ ਫੜੇ ਗਏ ਆ ਜੀ ਇਹ
ਦੋਨੋਂ ਸਰਸਾ ਡੇਰੇ ਦੇ ਪ੍ਰੇਮੀ ਜਿਹੜੇ ਜੀ ਉਹ ਦੱਸੇ ਜਾ ਰਹੇ ਆ। ਇਹ ਕਿਹਾ ਜਾ ਰਿਹਾ ਕਿ ਪੰਜਾਬ ਦਾ ਜਿਹੜਾ ਮਾਹੌਲ ਹੈ ਪੰਜਾਬ ਹਰਿਆਣਾ ਦਾ, ਉਹਨੂੰ ਲਾਂਬੂ ਲਾਉਣ ਦੇ ਯਤਨ ਜਿਹੜੇ ਆ ਉਹ ਹੋ ਸਕਦੇ ਆ, ਕਿਉਂਕਿ ਇਹ ਐਸਾ ਉਸ ਟਾਈਮ ਦੇ ਉੱਤੇ ਫੜਿਆ ਗਿਆ ਜਦੋਂ ਜਿਹੜੇ ਪੱਤਰਕਾਰ ਰਾਮਚੰਦਰ ਛੱਤਰਪਤੀ, ਉਹਨਾਂ ਦੇ ਕਤਲ ਦੇ ਮਾਮਲੇ ਦੇ ਵਿੱਚ ਅਦਾਲਤ ਦੇ ਵੱਲੋਂ ਫੈਸਲਾ ਜਿਹੜਾ ਉਹ ਕੱਲ ਨੂੰ ਸੁਣਾਇਆ ਜਾਣਾ ਹੈ 11 ਤਰੀਕ ਨੂੰ, ਕਿ ਇਹਦੇ ਵਿੱਚ ਦੋਸ਼ੀ ਹੈ ਜਾਂ ਨਹੀਂ। ਇੰਨੀ ਵੱਡੀ ਰਕਮ ਦਾ ਜਿਹੜਾ ਜੀ ਉਹ ਫੜੇ ਜਾਣਾ ਪੁਲਿਸ ਦੇ ਮੁਤਾਬਕ ਵੀ ਕੋਈ ਮਾਮੂਲੀ ਗੱਲ ਜਿਹੜੀ ਜੀ ਉਹ ਨਹੀਂ ਹੈ, ਕਿਉਂਕਿ ਇਹਦੇ ਤਾਰ ਜਿਹੜੇ ਆ ਜੀ ਉਹ ਡੇਰਾ ਸੱਸਾ ਦੇ ਨਾਲ ਜੁੜੇ ਆ, ਜਿਹਦੇ ਕਰਕੇ ਪੁਲਿਸ ਅਜੇ ਤਾਂ ਕਹਿ ਰਹੀ ਹੈ ਕਿ ਕੋਈ ਸੁਰਾਗ ਉਹਦੇ ਕੋਲੇ ਬਹੁਤੇ ਨਹੀਂ ਹੈਗੇ, ਪਰ ਇਹ ਵੀ ਨਾਲ ਦੀ ਨਾਲ ਕਹਿ ਰਹੀ ਹੈ ਕਿ ਇਹਦੀ ਜਾਂਚ ਜਿਹੜੀ ਹੈ ਜੀ ਉਹ ਬਾਰੀਕੀ ਦੇ ਨਾਲ ਕੀਤੀ ਜਾ ਰਹੀ ਹੈ। ਇਨਕਮ ਟੈਕਸ ਵਿਭਾਗ ਇਹਦੇ ਵਿੱਚ ਕਿਉਂਕਿ ਦਾਖਲ ਹੋ ਗਿਆ ਜੀ, ਇਨਕਮ ਜਦੋਂ ਇਹਦਾ ਕੋਈ ਸੁਰ ਪਤਾ ਨਹੀਂ ਲੱਗਿਆ ਤੇ ਇਨਕਮ ਟੈਕਸ ਡਿਪਾਰਟਮੈਂਟ ਨੂੰ ਸੱਦ ਕੇ ਜਿਹੜੇ ਜੀ ਇਹ ਪੈਸੇ ਦੇ ਦਿੱਤੇ ਗਏ। ਉਹ ਵੱਖਰੇ ਤੌਰ ਦੇ ਉੱਤੇ ਜਿਹੜਾ ਜੀ ਇਹਦੇ ਵਿੱਚ ਮਾਮਲਾ ਦਰਜ ਜਿਹੜਾ ਉਹ ਕਰੂਗਾ। 2,99,00,000 ਤੇ 53,000 ਰੁਪਇਆ ਇਹ ਜਿਹੜਾ ਜੀ ਉਹ ਫੜਿਆ ਗਿਆ। ਜਦੋਂ ਪੰਚਕੂਲਾ ਦੇ ਵਿੱਚ ਜਿਹੜੀ ਦੋਸ਼ੀ ਠਹਿਰਾਇਆ ਗਿਆ ਸੀਗਾ ਡੇਰੇ ਵਾਲੇ ਨੂੰ, ਉਦੋਂ ਬਾਅਦ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ, ਜਿਹਦੇ ਵਿੱਚ ਖਾਸ ਤੌਰ ਦੇ ਉੱਤੇ ਹਨੀਪ੍ਰੀਤ ਜਿਹੜੀ ਫੜੀ ਗਈ ਸੀਗੀ ਔਰ ਵਿਪਾਸਨਾ ਜਿਹੜੀ ਅਜੇ ਤੱਕ ਫੜੀ ਨਹੀਂ ਗਈ, ਇਹਨਾਂ ਦੇ ਉੱਤੇ ਦੋਵਾਂ ਦੇ ਉੱਤੇ ਦੋਸ਼ ਇਹ ਸੀਗਾ ਜੀ ਕਿ ਇਹਨਾਂ ਨੇ ਕੈਸ਼ ਪੈਸਾ ਜਿਹੜਾ ਜੀ ਉਹ ਲਿਆ ਕੇ ਇੱਥੇ ਵੰਡਿਆ ਪੰਚਕੂਲਾ ਦੇ ਵਿੱਚ ਹਿੰਸਾ ਜਿਹੜੀ ਆ ਉਹ ਭੜਕਾਉਣ ਦੇ ਵਾਸਤੇ। ਕੀ ਇਹ ਜਿਹੜਾ ਪੈਸਾ ਫੜਿਆ ਗਿਆ ਇਹਦੇ ਤਾਰ ਵੀ ਇਸੇ ਤਰ੍ਹਾਂ ਦੇ ਜੁੜਦੇ ਆ ਕਿ 11 ਤਰੀਕ ਨੂੰ, ਕਿਉਂਕਿ ਪਹਿਲਾਂ ਇਹ ਸੀਗਾ ਕਿ ਇਹਨੂੰ ਡੇਰੇ ਵਾਲੇ ਨੂੰ ਇੱਥੇ ਜਿਹੜਾ ਜੀ ਉਹ ਪੇਸ਼ ਕੀਤਾ ਜਾਣਾ ਸੀਗਾ ਕਿ ਇਹ ਇਸ ਕਰਕੇ ਤਾਂ ਨਹੀਂ ਪੈਸਾ ਜਿਹੜਾ ਜੀ ਉਹ ਵੰਡਿਆ ਜਾ ਰਿਹਾ। ਪੁਲਿਸ ਜਿਹੜੀ ਹੈ ਜੀ ਬੇਸ਼ੱਕ ਅਜੇ ਬਹੁਤਾ ਕੁਝ ਦੱਸਣ ਦੇ ਵਾਸਤੇ ਤਿਆਰ ਨਹੀਂ ਗੀ, ਪਰ ਪੰਜਾਬ ਤੇ ਹਰਿਆਣੇ ਦੀ ਪੁਲਿਸ ਜਿਹੜੀ ਹੈ ਜੀ ਉਹ ਇਹਦੀ ਜਾਂਚ ਜ਼ਰੂਰ ਕਰ ਰਹੀ ਹੈ ਕਿ ਇੰਨਾ ਪੈਸਾ ਆਮ ਦੇ ਬੰਦੇ ਦੇ ਕੋਲੇ ਕਿੱਥੋਂ ਆਇਆ ਜੀ। ਦੇਖੋ ਕਿੱਥੇ ਤਾਰਾਂ ਇਹਨਾਂ ਦੀਆਂ ਜੁੜਦੀਆਂ। ਤੇ ਅੱਗੇ ਆਪਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਜੇ ਗੱਲ ਕਰੀਏ, ਉਹਨਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ। ਐਕਚੁਅਲੀ ਜੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਿੱਚ ਜੋ ਕੁਝ ਹੋਇਆ, ਇਹ ਤਾਂ ਇਹਦੀਆਂ ਪਰਤਾਂ ਜੇ ਕਿਤੇ ਖੁੱਲਣ ਦੇ ਉੱਤੇ ਆ ਗਈਆਂ ਤੇ ਹੋ ਸਕਦਾ ਬਹੁਤ ਸਾਰੇ ਲੋਕਾਂ ਦੇ ਮੂੰਹ ਦੇ ਵਿੱਚ ਜਿਹੜੀਆਂ ਦੀ ਉਹ ਉਂਗਲਾਂ ਪੈ ਜਾਣ। ਗੁਰੂ ਕੀ ਗੋਲਕ ਜਿਹੜੀ ਆ ਜੀ ਉੱਥੇ ਕਿਹੜੇ ਤਰੀਕੇ ਦੇ ਨਾਲ ਉਹਦੀ ਦੁਰਵਰਤੋਂ ਹੋਈ ਆ, ਕੁਝ ਜਾਣਕਾਰ ਜਿਹੜੇ ਵੀ ਉਹ ਦੱਸਦੇ ਸੀਗੇ ਕਿ ਉੱਥੇ ਤਾਂ ਕੋਈ ਕਾਗਜ਼ ਪੱਤਰ ਹੈ ਹੀ ਨਹੀਂ ਗਾ ਜੀ। ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫੇਰ ਵੀ ਕੁਝ ਕਾਗਜ਼ ਪੱਤਰ ਹੋਊਗਾ, ਬੇਨਿਯਮੀਆਂ ਇੱਥੇ ਕਿੰਨੀਆਂ ਹੋਈਆਂ ਨੇ ਇਹ ਵੀ ਕਿਸੇ ਤੋਂ ਲੁਕੀਆਂ ਨਹੀਂ, ਪਰ ਇਹ ਕਿਹਾ ਜਾਂਦਾ ਕਿ ਉੱਥੇ ਲੋੜੋਂ ਵੱਧ ਹੋਈਆਂ ਨੇ। ਅਕਾਲੀ ਦਲ ਬਾਦਲ ਦੇ ਜਿਹੜੇ ਜੀ ਇਹ ਆਗੂ ਨੇ ਮਨਜੀਤ ਸਿੰਘ ਜੀ ਕੇ ਚਰਚਿਤ ਰਹੇ ਨੇ ਪਿਛਲੇ ਦਿਨਾਂ 'ਚ, ਖਾਸ ਤੌਰ ਤੇ ਚਰਚਿਤ ਰਹੇ ਨੇ ਜਦੋਂ ਉਹਨਾਂ ਨੇ ਵਿਦੇਸ਼ ਦੀ ਫੇਰੀ ਕੀਤੀ ਸੀ। ਹੁਣ ਜਿਹੜਾ ਜੀ ਉਹਨਾਂ ਦੇ ਚਰਚਿਤ ਹੋਣ ਦਾ ਜਿਹੜਾ ਕਾਰਨ ਹੈ ਕਿ ਉਹਨਾਂ ਦੇ ਉੱਤੇ ਬੇਨਿਯਮੀਆਂ ਦੇ ਦੋਸ਼ ਜਿਹੜੇ ਆ ਜੀ ਉਹ ਲੱਗੇ ਆ। ਉਹ ਸਾਬਕਾ ਪ੍ਰਧਾਨ ਨੇ, ਅਸਤੀਫਾ ਉਹਨਾਂ ਨੇ ਜਿਹੜਾ ਜੀ ਉਹ ਦੇ ਦਿੱਤਾ ਸੀਗਾ, ਪਰ ਇੱਕ ਜਿਹੜਾ ਜੀ ਪੁਰਾਣਾ ਉਹਨਾਂ ਦਾ ਜਿਹੜਾ ਸਾਥੀ ਵੀ ਰਿਹਾ ਤੇ ਗੁਰਮੀਤ ਸਿੰਘ ਸ਼ੰਟੀ ਔਰ ਉੱਥੋਂ ਦਾ ਜਿਹੜਾ ਮੈਂਬਰ ਵੀ ਹੈ ਕਮੇਟੀ ਦਾ, ਉਹ ਲਗਾਤਾਰ ਜਿਹੜਾ ਸਬੂਤਾਂ ਦੇ ਤਹਿਤ ਪੁਲਿਸ ਦੇ ਕੋਲੇ ਪਹਿਲਾਂ ਤੋਂ ਚੱਕਰ ਕੱਟਦਾ ਰਿਹਾ। ਪੁਲਿਸ ਨੇ ਉਹਦੀ ਗੱਲ ਨਹੀਂ ਸੁਣੀ, ਫਿਰ ਉਹਨੇ ਲਿਆ ਜੀ ਅਦਾਲਤ ਦਾ ਸਹਾਰਾ। ਅਦਾਲਤ ਦੇ ਕੋਲੇ ਜਦੋਂ ਸਾਰੇ ਸਬੂਤ ਜਿਹੜੇ ਸੀ ਉਹ ਪੇਸ਼ ਕੀਤੇ ਤਾਂ ਉਹਦੇ 51 ਲੱਖ ਦੇ ਫੰਡਾਂ ਤੋਂ ਇਲਾਵਾ 82,000 ਕਿਤਾਬਾਂ ਦੇ ਜਾਅਲੀ ਬਿੱਲ ਪਾ ਕੇ ਭ੍ਰਿਸ਼ਟਾਚਾਰ ਕਰਨ ਦੀ ਗੱਲ ਜਿਹੜੀ ਉਹ ਅਦਾਲਤ ਨੇ ਮੰਨ ਲਈ। ਅਦਾਲਤ ਨੇ ਕਿਹਾ ਕਿ ਮਨਜੀਤ ਸਿੰਘ ਜੀਕੇ ਦੇ ਉੱਤੇ ਜਿਹੜਾ ਜੀ FIR ਦਰਜ ਕਰੋ। ਇਹਦੇ ਅਗੇਂਸਟ ਜਿਹੜਾ ਸੀਗਾ ਜੀ ਸੈਸ਼ਨ ਕੋਰਟ ਦੇ ਵਿੱਚ ਮੂਵ ਕਰ ਲਿਆ ਮਨਜੀਤ ਸਿੰਘ ਜੀਕੇ ਹੋਰਾਂ ਨੇ। ਹੁਣ ਸੈਸ਼ਨ ਕੋਰਟ ਜਿਹੜੀ ਹੈ ਜੀ ਪਟਿਆਲਾ ਹਾਊਸ ਅਦਾਲਤ, ਉਹਦੀ ਮੈਟਰੋਪੋਲੀਟਨ ਮੈਜਿਸਟ੍ਰੇਟ ਜਿਹੜੇ ਨੇ, ਉਹਨਾਂ ਨੇ ਜਿਹੜੇ ਪਿਛਲੇ ਹੁਕਮ ਸੀ ਹੇਠਲੀ ਅਦਾਲਤ ਦੇ, ਉਹਨਾਂ ਨੂੰ ਬਰਕਰਾਰ ਜਿਹੜਾ ਜੀ ਉਹ ਰੱਖਿਆ, ਜਿਹਦੇ ਵਿੱਚ ਨਾਰਥ ਐਵੀਨਿਊ ਥਾਣੇ ਦੀ ਪੁਲਿਸ ਨੂੰ ਮਨਜੀਤ ਸਿੰਘ ਜੀਕੇ ਦੇ ਖਿਲਾਫ FIR ਦਰਜ ਕਰਨ ਦੇ ਵਾਸਤੇ ਆਖਿਆ ਜਿਹੜਾ ਜੀ ਉਹ ਗਿਆ ਸੀਗਾ। ਹੁਣ ਇਹ ਮਨਜੀਤ ਸਿੰਘ ਜੀਕੇ ਦੀਆਂ ਮੁਸ਼ਕਲਾਂ ਜਿਹੜੀਆਂ ਜੀ ਇਹਦੇ ਨਾਲ ਵੱਧ ਗਈਆਂ ਨੇ ਬਿਨਾਂ ਸ਼ੱਕ ਦੇ। ਉਹ ਹੁਣ ਮੂਵ ਤਾਂ ਕਰੂਗਾ ਜੀ ਹਾਈ ਕੋਰਟ ਵੱਲ ਨੂੰ। ਹਾਈ ਕੋਰਟ ਇਸ ਮਾਮਲੇ ਦੇ ਉੱਤੇ ਸਟੇ ਦਿੰਦੀ ਆ ਜਾਂ ਨਹੀਂ, ਕਿਉਂਕਿ ਅਜੇ ਉਹਨੇ ਮੂਵ ਜਿਹੜਾ ਜੀ ਉਹ ਕਰਨਾ ਆ ਹਾਈ ਕੋਰਟ ਨੂੰ, ਇਹਦੇ ਉੱਤੇ ਬਹੁਤਾ ਨਿਰਭਰ ਕਰੂਗਾ। ਪਰ ਕਿਉਂਕਿ ਜੇ ਹੇਠਲੀ ਅਦਾਲਤ ਨੇ ਔਰ ਸੈਸ਼ਨ ਨੇ ਵੀ ਇਹ ਬਰਕਰਾਰ ਰੱਖੀ ਹੈ ਗੱਲ ਕਿ ਹਾਂ ਉਹਦੇ ਉੱਤੇ FIR ਦਰਜ ਹੋਣੀ ਚਾਹੀਦੀ ਹੈ, ਇਹਦਾ ਮਤਲਬ ਇਹ ਹੈ ਜੀ ਕਿ ਜਿਹੜਾ ਗੁਰਮੀਤ ਸਿੰਘ ਸ਼ੰਟੀ ਆ ਉਹਦੇ ਕੋਲੇ ਅਨਫ ਜਿਹੜੇ ਜੀ ਸਬੂਤ ਹੈਗੇ ਆ ਕਿ ਕਿਵੇਂ ਇਹਨਾਂ ਨੇ ਇਹ ਗੁਰੂ ਕੀ ਗੋਲਕ ਦਾ ਜਿਹੜਾ ਜੀ ਉਹ ਪੈਸਾ ਖਾਧਾ। ਸ਼ੰਟੀ ਬਾਰ-ਬਾਰ ਇਹ ਗੱਲ ਕਹਿੰਦਾ ਕਿ ਇਹ ਤਾਂ ਇੱਕ ਮਹਿਜ਼ ਛੋਟੀ ਜਿਹੀ ਸ਼ੁਰੂਆਤ ਹੈ,
ਉੱਥੇ ਬਹੁਤ ਵੱਡੇ ਘਪਲੇ ਜਿਹੜੇ ਆ ਜੀ ਉਹ ਹੋਏ ਆ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਪਿਛਲੇ ਸਾਲਾਂ ਦੇ ਦੌਰਾਨ। ਬਿਲਕੁਲ ਜੀ, ਇਸ ਵਿੱਚ ਤਾਂ ਕੋਈ ਸ਼ੱਕ ਨਹੀਂ ਹੈਗੀ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਲੋਕ ਸਭਾ ਦੀਆਂ ਚੋਣਾਂ ਹੋਣੀਆਂ, ਉਹਨਾਂ ਦੇ ਵਿੱਚ ਬਾਦਲਾਂ ਨੂੰ 10 ਵਿਧਾਇਕਾਂ ਦੀ ਲੋੜ ਹੈ। ਬਿਲਕੁਲ ਜੀ, ਉਮੀਦਵਾਰਾਂ ਦੀ ਘਾਟ ਜਿਹੜੀ ਆ ਜੀ ਉਹ ਪਹਿਲੀ ਵਾਰੀ ਤੁਸੀਂ ਕਹਿ ਲਓ ਕਿ ਜਿਹੜੇ ਹਾਲਾਤ ਬਣੇ ਆ ਉਹਨਾਂ ਤੋਂ ਰਾਜ ਖੁੱਸਿਆ। ਉਦੋਂ ਬਾਅਦ ਜਿਹੜੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਈ, ਉਹਦੇ ਉੱਤੇ ਬਹਿਸ ਹੋਈ, ਸਾਰਾ ਕੁਛ ਹੋਇਆ। ਉਹਨਾਂ ਦੀ ਜਿਹੜੀ ਜ਼ਮੀਨ ਸੀ ਉਹ ਪੈਰਾਂ ਹੇਠੋਂ ਨਿਕਲੀ, ਸਿਆਸੀ ਜ਼ਮੀਨ, ਔਰ ਉਥਲ ਪੁਥਲ ਐਸੀ ਜਿਹੜੀ ਦੀ ਹੋਈ ਕਿ ਅੱਜ ਜਿਹੜੇ ਅਕਾਲੀ ਦਲ ਬਾਦਲ ਹੈ ਉਹਨੂੰ ਕੁਛ ਥਾਵਾਂ ਦੇ ਉੱਤੇ ਨਹੀਂ ਬਲਕਿ 10 ਥਾਵਾਂ ਦੇ ਉੱਤੇ ਉਮੀਦਵਾਰਾਂ ਦੀ ਭਾਲ ਜਿਹੜੀ ਦੀ ਉਹ ਹੈ। ਮਿਸ਼ਨ 2019 ਦੀ ਰਣਨੀਤੀ ਦੇ ਤਹਿਤ ਉਮੀਦਵਾਰਾਂ ਦੀ ਭਾਲ ਦੇ ਵਾਸਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰੀ ਜਿਹੜੀ ਆ ਜੀ ਉਹ ਆਪ ਥਾਂ ਥਾਂ ਦੇ ਉੱਤੇ ਦੌਰੇ ਜਿਹੜੇ ਦੀ ਉਹ ਕਰ ਰਹੇ ਆ। ਉਹਨਾਂ ਨੂੰ ਲੋਕ ਸਭਾ ਚੋਣਾਂ ਲਈ ਕੱਦਾਵਾਰ ਯੋਗ ਉਮੀਦਵਾਰ ਨਹੀਂ ਲੱਭ ਰਹੇ। 13 ਲੋਕ ਸਭਾ ਹਲਕਿਆਂ ਦੇ ਵਿੱਚ ਜਿੱਥੇ 2 ਪ੍ਰਾਈਵੇਟ ਕੰਪਨੀਆਂ ਤੋਂ ਸਰਵੇ ਕਰਵਾਏ ਜਾ ਰਹੇ ਆ, ਉੱਥੇ ਉਹ ਆਪਣੇ ਥਿੰਕ ਟੈਂਕ ਜਿਹੜੇ ਟੀਮ ਨੇ ਉਹਦੇ ਤੋਂ ਵੀ ਗਰਾਊਂਡ ਰਿਪੋਰਟ ਬਣਾਉਣ ਦੇ ਵਿੱਚ ਲੱਗੇ ਹੋਏ ਆ। ਜਿਹੜਾ ਇਹ ਕਿਹਾ ਜਾ ਰਿਹਾ ਹੈ ਕਿ ਮਾਲਵਾ, ਦੁਆਬਾ ਤੇ ਮਾਝਾ ਜ਼ੋਨ ਦੇ ਦਿੱਗਜ ਆਗੂ ਜਿਹੜੇ ਨੇ ਜੀ ਉਹਨਾਂ ਦੀਆਂ 3 ਕਮੇਟੀਆਂ ਬਣਾਈਆਂ ਗਈਆਂ ਨੇ, ਜਿਨ੍ਹਾਂ ਦੀਆਂ ਮੀਟਿੰਗਾਂ 15 ਜਨਵਰੀ ਤੋਂ ਬਾਅਦ ਬੁਲਾਈਆਂ ਗਈਆਂ ਨੇ। ਅਕਾਲੀ ਦਲ ਨੂੰ ਮਾਲਵਾ, ਮਾਝਾ ਤੇ ਦੁਆਬਾ ਖੇਤਰ ਦੀਆਂ 5 ਦੇ ਕਰੀਬ ਸੀਟਾਂ ਤੇ ਕਾਂਗਰਸ ਦੇ ਨਾਲ ਬਾਗੀ ਟਕਸਾਲੀਆਂ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ। ਬਾਦਲਾਂ ਦਾ ਗੜ੍ਹ ਸਮਝੀ ਜਾਂਦੀ ਬਠਿੰਡਾ ਲੋਕ ਸਭਾ ਸੀਟ ਦੇ ਉੱਤੇ ਹਰਸਿਮਰਤ ਕੌਰ ਬਾਦਲ ਨੂੰ ਤੀਜੀ ਵਾਰੀ ਮੈਦਾਨ ਦੇ ਵਿੱਚ ਉਤਾਰਨ ਨੂੰ ਲੈ ਕੇ ਬਾਦਲ ਪਰਿਵਾਰ 2 ਚਿੱਤੀ 'ਚ ਪਿਆ ਹੋਇਆ। ਇੱਕ ਜਿਹੜਾ ਉਹ ਬਠਿੰਡੇ ਦਾ ਲਾਉਂਦੇ ਆ, ਦੂਜਾ ਜਿਹੜਾ ਫਿਰੋਜ਼ਪੁਰ ਦਾ ਲਾਉਂਦੇ ਆ। ਉਧਰੋਂ ਗੇੜਾ ਕੱਢ ਕੇ ਆ ਕੇ ਫੇਰ ਬਠਿੰਡੇ ਆ ਜਾਂਦੇ ਆ, ਇੱਧਰ ਗੇੜਾ ਕੱਢ ਕੇ ਫੇਰ ਫਿਰੋਜ਼ਪੁਰ ਨੂੰ ਜਿਹੜਾ ਦੀ ਉਹ ਤੁਰ ਪੈਂਦੇ ਆ ਕਿ ਕਿੱਥੋਂ ਜਿਹੜਾ ਦੀ ਜਾਈਏ ਜਿੱਥੋਂ ਸੀਟ ਸੁਰੱਖਿਅਤ ਹੋਵੇ, ਕਿਉਂਕਿ ਮੇਨ ਉਹਨਾਂ ਦਾ ਇਹਦੇ ਉੱਤੇ ਹੀ ਰਹੂਗਾ ਕਿ ਇੱਕ ਸੀਟ ਤਾਂ ਕਮ ਸੇ ਕਮ ਜਿਹੜੀ ਦੀ ਉਹ ਅਕਾਲੀ ਦਲ ਜਿੱਤੇ, ਜਿਹੜੀ ਹਰਸਿਮਰਤ ਕੌਰ ਬਾਦਲ ਹੋਰਾਂ ਵਾਲੀ। 10 ਸਾਲਾਂ ਦੇ ਦੌਰਾਨ ਹਰਸਿਮਰਤ ਕੌਰ ਹੋਰਾਂ ਦੇ ਵੱਲੋਂ ਬਠਿੰਡਾ ਤੇ ਮਾਨਸਾ ਹਲਕਿਆਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਕਰਵਾਏ ਗਏ ਜਿਹੜੇ ਵਿਕਾਸ ਕਾਰਜ ਨੇ, ਉਹਦੇ ਬਾਵਜੂਦ ਅਕਾਲੀ ਦਲ ਨੂੰ ਇਸ ਸੀਟ ਦੇ ਉੱਤੇ ਭਰੋਸਾ ਨਹੀਂ ਜਿਹੜਾ ਦੀ ਉਹ ਹੋ ਰਿਹਾ। ਅਕਾਲੀ ਦਲ ਦੇ ਮੁਕਾਬਲੇ ਬਠਿੰਡਾ ਦੇ ਵਿੱਚ ਕਾਂਗਰਸ ਵੀ ਜਿਹੜੀ ਉਹ ਬਾਦਲਾਂ ਦੇ ਸ਼ਰੀਕ ਮਨਪ੍ਰੀਤ ਸਿੰਘ ਬਾਦਲ ਜਾਂ ਉਹਨਾਂ ਦੀ ਪਤਨੀ ਨੂੰ ਖੜਾ ਕਰਨ ਦੀ ਤਿਆਰੀ ਜਿਹੜੀ ਹੈ ਜੀ ਉਹ ਕਰ ਰਹੀ ਹੈ। ਸੁਖਬੀਰ ਸਿੰਘ ਬਾਦਲ ਹੋਰੀ ਆਪਣੀ ਪਤਨੀ ਹਰਸਿਮਰਤ ਕੌਰ ਬਾਦਲ ਦੀ ਸੀਟ ਬਦਲ ਕੇ ਫਿਰੋਜ਼ਪੁਰ ਤੋਂ ਚੋਣ ਮੈਦਾਨ ਦੇ ਵਿੱਚ ਉਤਰਨ ਦੇ ਵਾਸਤੇ ਲੋਕਾਂ ਦੀ ਸਿਆਸੀ ਨਬਜ਼ ਜਿਹੜੀ ਹੈ ਜੀ ਉਹ ਪਛਾਣ ਰਹੇ ਆ। ਬਠਿੰਡੇ ਤੋਂ ਬਾਅਦ ਅਕਾਲੀ ਦਲ ਨੂੰ ਸੰਗਰੂਰ ਲੋਕ ਸਭਾ ਸੀਟ ਤੋਂ ਕੱਦਾਵਾਰ ਉਮੀਦਵਾਰ ਨਹੀਂ ਲੱਭ ਰਿਹਾ। ਸੁਖਦੇਵ ਸਿੰਘ ਢੀਂਡਸਾ ਉਹਨਾਂ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਨਾਲ ਨਾਰਾਜ਼ਗੀ ਕਰਕੇ ਪਾਰਟੀ ਦੇ ਅਹੁਦਿਆਂ ਤੋਂ ਅਸਤੀਫਾ ਦੇਣ ਤੋਂ ਬਾਅਦ ਅਕਾਲੀ ਦਲ ਨਵੇਂ ਚਿਹਰੇ ਦੀ ਭਾਲ ਕਰ ਰਿਹਾ। ਫਰੀਦਕੋਟ, ਫਤਿਹਗੜ੍ਹ ਸਾਹਿਬ, ਪਟਿਆਲਾ, ਲੁਧਿਆਣਾ, ਜਲੰਧਰ ਸੀਟਾਂ ਦੇ ਵਾਸਤੇ ਵਿਰੋਧੀਆਂ ਨੂੰ ਟੱਕਰ ਦੇਣ ਲਈ ਉਮੀਦਵਾਰਾਂ ਦੀ ਭਾਲ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਮਾਲਵੇ ਤੋਂ ਬਾਅਦ ਅਕਾਲੀ ਦਲ ਨੂੰ ਮਾਝੇ ਦੇ ਵਿੱਚ ਜਿਹੜਾ ਦੀ ਉਹ ਤਕੜੀ ਚੁਣੌਤੀ ਬਾਗੀਆਂ ਤੋਂ ਜਿਹੜੀ ਮਿਲ ਰਹੀ ਹੈ। ਖਡੂਰ ਸਾਹਿਬ ਸੀਟ ਲਈ ਅਕਾਲੀ ਦਲ ਆਪਣੇ ਬਾਗੀ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦੇ ਮੁਕਾਬਲੇ ਧੜੱਲੇਦਾਰ ਉਮੀਦਵਾਰ ਦੀ ਭਾਲ ਦੇ ਵਿੱਚ ਹੈ। ਇਹ ਕਿਹਾ ਜਾ ਰਿਹਾ ਕਿ ਇਸ ਖੇਤਰ ਦੇ ਵਿੱਚ ਇੱਕ ਕਾਂਗਰਸੀ ਆਗੂ ਨੂੰ ਪੱਟਣ ਦੀ ਤਿਆਰੀ ਆ, ਜਿਹੜਾ ਹਮੇਸ਼ਾ ਜਿਹੜਾ ਦੀ ਉਹ ਚਰਚਾ ਦੇ ਵਿੱਚ ਰਹੇ ਆ। ਅਸਤੀਫਾ ਵੀ ਉਹਨਾਂ ਨੂੰ ਜਿਹੜਾ ਦੀ ਉਹ ਦੇਣਾ ਪੈ ਗਿਆ ਸੀ ਮੌਜੂਦਾ ਸਰਕਾਰ ਤੋਂ। ਉਹ ਜੇ ਆਉਂਦੇ ਆ ਫੇਰ ਜਿਹੜੀ ਇੱਥੇ ਸਥਿਤੀ ਥੋੜੀ ਜਿਹੜੀ ਉਹ ਵੱਖਰੀ ਬਣ ਸਕਦੀ ਹੈ। ਤੋ ਹਾਲਾਂਕਿ ਕਹਿਣ ਨੂੰ ਸੁਖਬੀਰ ਸਿੰਘ ਬਾਦਲ ਵੀ ਕਹਿੰਦੇ ਸਾਡੇ ਕੋਲ ਯੋਧਿਆਂ ਦੀ ਘਾਟ ਨਹੀਂ, ਪਰ ਯੋਧਿਆਂ ਦੀ ਘਾਟ ਤਾਂ ਜਿਹੜੀ ਜੀ ਉਹ ਸਪਸ਼ਟ ਜਿਹੀ 10 ਸੀਟਾਂ ਦੇ ਉੱਤੇ ਰੜਕ ਰਹੀ। ਯੋਧਿਆਂ ਦੀ ਘਾਟ ਤਾਂ ਹੋਣੀ ਆ ਜੀ, ਦੇਖੋ ਕਿੰਨੇ ਸੂਬੇਦਾਰ ਤਾਂ ਬਣ ਗਏ ਪੰਜਾਬ ਦੇ ਵਿੱਚ। ਤੇ ਅੱਗੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਜਿਸ ਤਰ੍ਹਾਂ ਇਹ ਰਾਜਨੀਤਿਕ ਜੋੜ ਤੋੜ ਹੋ ਰਹੇ ਆ ਪੰਜਾਬ ਦੇ ਵਿੱਚ, ਕਿਸ ਤਰ੍ਹਾਂ ਦਾ ਜਿਹੜਾ ਇਹ ਮਾਹੌਲ ਰਹੂਗਾ ਪੰਜਾਬ ਦਾ? 2014 ਦੇ ਵਿੱਚ ਜਿਹੜੀ ਪਹਿਲੀ ਵਾਰੀ ਮੈਦਾਨ ਦੇ ਵਿੱਚ ਆਈ ਆਮ ਆਦਮੀ ਪਾਰਟੀ ਜਿਹੜੀ ਸੀ ਉਹਨੇ ਜਿਹੜੀਆਂ ਰਵਾਇਤੀ ਪਾਰਟੀਆਂ ਸੀ ਕਾਂਗਰਸ ਤੇ ਅਕਾਲੀ ਦਲ ਦੇ ਵਾਸਤੇ ਮੁਸੀਬਤ ਖੜੀ ਕੀਤੀ ਸੀਗੀ। ਇਹ ਮੁਸੀਬਤ ਇਸ ਵਾਰੀ ਕਾਂਗਰਸ, ਅਕਾਲੀ ਦਲ, ਭਾਜਪਾ ਤੇ ਆਮ ਆਦਮੀ ਪਾਰਟੀ ਦੇ ਵਾਸਤੇ ਵੀ ਜਿਹੜੀ ਉਹ ਖੜੀ ਹੋਣ ਵਾਲੀ ਲੱਗ ਰਹੀ ਹੈ। ਨਵੇਂ ਸਮੀਕਰਨਾਂ ਦੇ ਵਿੱਚ ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਇਹਨਾਂ ਤਿੰਨਾਂ ਦੇ ਵਾਸਤੇ ਪਰੇਸ਼ਾਨੀਆਂ ਤਾਂ ਜਿਹੜੀਆਂ ਦੀ ਉਹ ਖੜੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ। 3 ਸੀਟਾਂ ਦੇ ਉੱਤੇ ਭਾਜਪਾ ਲੋਕ ਸਭਾ ਚੋਣਾਂ ਲੜਦੀ ਹੈ ਔਰ ਉਹਦੇ ਵਿੱਚੋਂ ਅੰਮ੍ਰਿਤਸਰ ਛੱਡ ਕੇ 2 ਹੋਰ ਸੀਟਾਂ ਦੇ ਉੱਤੇ ਖਾਸ ਅਸਰ ਪੈਂਦਾ ਜਿਹੜਾ ਦੀ ਉਹ ਨਹੀਂ ਦਿਸਦਾ। ਮਾਝੇ ਦੇ ਵਿੱਚ ਬਹੁਤਾ ਅਸਰ ਹੈ ਨੀਗਾ ਆਮ ਆਦਮੀ ਪਾਰਟੀ ਦਾ।
ਹੁਣ ਉਹ ਟਕਸਾਲੀ ਅਕਾਲੀ ਦਲ ਦੇ ਨਾਲ ਗੱਠਜੋੜ ਲੱਭ ਰਹੀ ਹੈ। ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਵਾਲਾ ਜਿਹੜਾ ਟਕਸਾਲੀ ਅਕਾਲੀ ਦਲ ਹੈ, ਉਹਦਾ ਮਾਝੇ ਦੀਆਂ ਸੀਟਾਂ ਦੇ ਉੱਤੇ ਅਸਰ ਜਿਹੜਾ ਉਹ ਦੱਸਿਆ ਜਾ ਰਿਹਾ। ਇਹ ਕਿਹਾ ਜਾ ਰਿਹਾ ਹੈ ਕਿ ਜੇ ਇਹ ਕੋਈ ਸਮਝੌਤਾ ਹੁੰਦਾ ਆਮ ਆਦਮੀ ਪਾਰਟੀ ਦੇ ਨਾਲ ਤਾਂ ਜਿਹੜਾ ਜੀ ਟਕਸਾਲੀ ਅਕਾਲੀ ਜਿਹੜੇ ਆ ਜੀ ਉਹ ਵੱਡਾ ਸੰਨ ਲਾ ਦੇਣਗੇ ਅਕਾਲੀ ਦਲ ਤੇ ਕਾਂਗਰਸ ਦੇ ਵੋਟ ਬੈਂਕ ਦੇ ਵਿੱਚ, ਖਾਸ ਤੌਰ ਦੇ ਉੱਤੇ ਖਡੂਰ ਸਾਹਿਬ ਤੇ ਗੁਰਦਾਸਪੁਰ ਵਾਲੀ ਜਿਹੜੀ ਸੀਟ ਹੈ, ਔਰ ਅੰਮ੍ਰਿਤਸਰ ਦੇ ਉੱਤੇ ਵੀ ਉਹ ਵੱਡੀ ਢਾਹਪਨ ਜਿਹੜੀ ਕਮ ਸੇ ਕਮ ਉਹ ਕਰ ਸਕਦੇ ਆ। ਆਮ ਆਦਮੀ ਪਾਰਟੀ ਦੀ ਪਰੇਸ਼ਾਨੀ ਅभी ਹੈ ਜੀ, ਡਾਕਟਰ ਗਾਂਧੀ ਹੋਰਾਂ ਨੇ ਜਿਹੜਾ ਜੀ ਉਹ ਪੰਜਾਬ ਮੰਚ ਜਿਹੜਾ ਜੀ ਉਹ ਬਣਾਇਆ ਹੋਇਆ, ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਪੰਜਾਬੀ ਏਕਤਾ ਪਾਰਟੀ ਜਿਹੜੀ ਹੈ ਜੀ ਉਹ ਬਣਾ ਲਈ ਹੈ। ਸੁਖਪਾਲ ਸਿੰਘ ਖਹਿਰਾ ਹੋਰੀ ਮਾਲਵੇ ਦੇ ਵਿੱਚੋਂ ਆਪਣੀ ਕਿਸਮਤ ਜਿਹੜੀ ਹੈ ਜੀ ਉਹ ਅਜਮਾਉਣੀ ਚਾਹੁੰਦੇ ਆ। ਕਿੰਨੀ ਕੁ ਉਹਨਾਂ ਨੂੰ ਇੱਥੋਂ ਹਮਾਇਤ ਮਿਲਦੀ ਆ, ਇਹ ਆਉਣ ਵਾਲੇ ਦਿਨ ਜਿਹੜੇ ਜੀ ਉਹ ਦੱਸਣਗੇ। ਐਕਚੁਅਲੀ ਉਹ ਹਮਾਇਤ ਜਿਹੜੀ ਕੈਲਕੂਲੇਟ ਕਰਦੇ ਰਹੇ ਆ, ਉਹ ਬਰਗਾੜੀ ਦੇ ਵਿੱਚ ਹੋਏ ਇਕੱਠ ਵਾਲੀ ਕਰਦੇ ਰਹੇ ਆ, ਪਰ ਉਹ ਇੱਕ ਨਿਰੋਲ ਧਾਰਮਿਕ ਇਕੱਠ ਸੀਗਾ। ਜਿਹੜਾ ਸਿਆਸੀ ਵੋਟ ਬੈਂਕ ਆ ਉਹ ਬਿਲਕੁਲ ਵੱਖਰਾ ਜਿਹੜਾ ਜੀ ਉਹ ਹੁੰਦਾ। ਜ਼ਮੀਨੀ ਹਕੀਕਤ ਅਜੇ ਜਿਹੜੀ ਜੀ ਉਹ ਸਾਹਮਣੇ ਆਉਣੀ ਬਾਕੀ ਆ। ਮਾਝੇ ਦੇ ਵਿੱਚ ਸੁੱਚਾ ਸਿੰਘ ਛੋਟੇਪੁਰ ਹੋਰੀ ਜਦੋਂ ਆਮ ਆਦਮੀ ਪਾਰਟੀ ਤੋਂ ਵੱਖਰੇ ਹੋ ਗਏ ਤਾਂ ਹੁਣ ਉਹ ਸਿਆਸੀ ਪੱਖੋਂ ਹਾਸ਼ੀਏ ਦੇ ਉੱਤੇ ਜਿਹੜਾ ਜੀ ਉਹ ਖੜੇ ਆ। ਦੇਖਣਾ ਇਹ ਹੋਊਗਾ ਕਿ ਸੁੱਚਾ ਸਿੰਘ ਛੋਟੇਪੁਰ ਹੋਰੀ ਕਿਸ ਪਾਸੇ ਵੱਲ ਜਿਹੜਾ ਜੀ ਉਹ ਜਾਂਦੇ ਆ। ਜਿਹੜੀਆਂ ਦੋ ਨਵੀਆਂ ਪਾਰਟੀਆਂ ਆਈਆਂ ਨੇ, ਇੱਕ ਅਕਾਲੀ ਦਲ ਟਕਸਾਲੀ ਤੇ ਦੂਸਰੀ ਸੁਖਪਾਲ ਸਿੰਘ ਖਹਿਰਾ ਹੋਣਾ ਵਾਲੀ, ਇਹਨਾਂ ਨੇ ਆਪੋ ਆਪਣੀਆਂ ਪਾਰਟੀਆਂ ਦੇ ਵੋਟ ਬੈਂਕ ਜਿਹੜੇ ਆ ਜੀ ਉਹਦੇ ਵਿੱਚ ਸੰਨ ਲਾਉਣੀ ਆ। ਅੰਮ੍ਰਿਤਸਰ ਸੀਟ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਵਾਸਤੇ ਦਿੱਕਤਾਂ ਜਿਹੜੀਆਂ ਉਹ ਬਰਕਰਾਰ ਨੇ। ਅੰਮ੍ਰਿਤਸਰ ਦੀ ਸੀਟ ਦੇ ਉੱਤੇ ਭਾਜਪਾ ਦਾ ਉਮੀਦਵਾਰ ਜਿਹੜਾ ਜੀ ਉਹ ਚੋਣ ਲੜੂਗਾ। ਪਿਛਲੀ ਵਾਰੀ ਅਮਰਿੰਦਰ ਸਿੰਘ ਹੋਰਾਂ ਨੇ ਅਰੁਣ ਜੇਤਲੀ ਨੂੰ ਵੱਡੇ ਫਰਕ ਦੇ ਨਾਲ ਜਿਹੜਾ ਜੀ ਉਹ ਹਰਾਤੀ ਸੀ। ਹਾਲਾਂਕਿ ਉਸ ਟਾਈਮ ਪੂਰੇ ਮੁਲਕ ਦੇ ਵਿੱਚ ਮੋਦੀ ਜਿਹੜਾ ਜੀ ਉਹ ਹੋ ਰਹੀ ਸੀਗੀ। ਟਕਸਾਲੀ ਜਿਹੜਾ ਅਕਾਲੀ ਦਲ ਹੈ ਉਹਦਾ ਵੀ ਅੰਮ੍ਰਿਤਸਰ ਸੀਟ ਦੇ ਉੱਤੇ ਅਸਰ ਨਜ਼ਰ ਅੰਦਾਜ਼ ਨਹੀਂ ਜਿਹੜਾ ਜੀ ਉਹ ਕੀਤਾ ਜਾ ਸਕਦਾ। ਗੁਰਦਾਸਪੁਰ ਤੇ ਹੁਸ਼ਿਆਰਪੁਰ ਦੇ ਵਿੱਚ ਭਾਜਪਾ ਦਾ ਸਿੱਧਾ ਮੁਕਾਬਲਾ ਕਾਂਗਰਸ ਦੇ ਨਾਲ ਰਹੂਗਾ, ਕਿਉਂਕਿ ਦੋਵੇਂ ਨਵੀਆਂ ਪਾਰਟੀਆਂ ਦਾ ਇਹਨਾਂ ਦੋਵਾਂ ਸੀਟਾਂ ਦੇ ਉੱਤੇ ਬਹੁਤ ਜ਼ਿਆਦਾ ਆਧਾਰ ਜਿਹੜਾ ਜੀ ਉਹ ਨਹੀਂ ਗਾ। ਜਿਹੜੀਆਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਉਹ ਮੂੰਹੋਂ ਕੁਝ ਵੀ ਕਹੀ ਜਾਣ, ਪਰ ਅੰਦਰੂਨੀ ਤੌਰ ਦੇ ਉੱਤੇ ਸਾਰੀਆਂ ਹੀ ਜਿਹੜੀਆਂ ਜੀ ਉਹ ਡਰੀਆਂ ਹੋਈਆਂ ਨੇ ਕਿ ਨਵੀਆਂ ਸਮੀਕਰਨਾਂ ਕਿਹਨੂੰ ਨੁਕਸਾਨ ਕਰਨਗੀਆਂ ਤੇ ਕਿਹਨੂੰ ਫਾਇਦਾ ਕਰਨਾ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।